ਦੋਸਤੋ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਆਪਾਂ ਗੱਲਬਾਤ ਕਰਾਂਗੇ ਬੀਤੇ ਦਿਨੀ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵਾਪਰੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਸ ਵਿੱਚ ਕਿ ਗੁਰਦੁਆਰਾ ਸਾਹਿਬ ਦੇ ਪਰਿਸਰ ਦੇ ਵਿੱਚ ਪਵਿੱਤਰ ਸਰੋਵਰ ਉੱਤੇ ਬੈਠ ਕੇ ਸ਼ਰਾਬ ਦਾ ਸੇਵਨ ਕਰਨ ਦੀ ਕੋਸ਼ਿਸ਼ ਜਾਂ ਸ਼ਰਾਬ ਦਾ ਸੇਵਨ ਕਰ ਰਹੀ ਇੱਕ ਮਹਿਲਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। 35 ਸਾਲ ਦੀ ਪਰਵਿੰਦਰ ਕੌਰ ਇਸ ਮਹਿਲਾ ਦਾ ਨਾਂ ਦੱਸਿਆ ਜਾਂਦਾ ਤੇ ਇਸ ਨੂੰ ਗੋਲੀ ਮਾਰਨ ਵਾਲਾ ਸ਼ਖਸ ਪਟਿਆਲਾ ਦਾ ਰਹਿਣ ਵਾਲਾ ਹੈ। ਉੱਥੋਂ ਦਾ ਇੱਕ ਰੀਅਲ ਏਸਟੇਟ ਪ੍ਰਾਪਰਟੀ ਡੀਲਰ ਮੰਨਿਆ ਜਾਂਦਾ ਹੈ ਜਿਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ 35 ਸਾਲਾ ਇਸ ਮਹਿਲਾ ਨੂੰ ਗੋਲੀ ਮਾਰਤੀ। ਸਾਰੀ ਜਾਣਕਾਰੀ ਸਾਰੇ ਵੇਰਵੇ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੇ ਨੇ। ਪੰਜਾਬ ਪੁਲਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬਾਰੇ ऑफिशियल ਜਿਹੜੇ ਆਪਣੇ ਜਾਣਕਾਰੀਆਂ ਸੀ ਉਹ ਸਾਂਝੀਆਂ ਕਰਤੀਆਂ ਨੇ। ਲੇਕਿਨ ਮੋਟਾ ਘਟਨਾਕ੍ਰਮ ਇਹੀ ਸੀ ਕਿ ਰਾਤ ਤਕਰੀਬਨ 9:15 ਵਜੇ ਦੇ ਆਸ-ਪਾਸ ਜਦੋਂ ਸਰੋਵਰ ਦੇ ਨੇੜੇ ਇਸ ਮਹਿਲਾ ਨੂੰ ਸ਼ਰਾਬ ਦਾ ਇੱਕ ਕੁਆਟਰ ਲੈ ਕੇ ਕੁਝ ਲੋਕਾਂ ਨੇ ਸਪੌਟ ਕੀਤਾ ਜਿੱਥੇ ਕਿ ਇਹ ਮਹਿਲਾ ਸ਼ਰਾਬ ਪੀਂਦੀ ਹੋਈ ਜਾਂ ਪੀਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਸੀ। ਮਰਿਆਦਾ ਦੀ ਉਲੰਘਣਾ ਦਾ ਕੇਸ ਮੰਨਦਿਆਂ ਹੋਇਆਂ ਸੰਗਤਾਂ ਦਾ ਇਤਰਾਜ਼ ਹੋਇਆ, ਸੇਵਾਦਾਰਾਂ ਨੂੰ ਸੱਦਿਆ ਗਿਆ। ਇਸ ਮਹਿਲਾ ਨੇ ਉਸ ਵਕਤ ਹਿੰਸਕ ਹੋਣ ਦੀ ਕੋਸ਼ਿਸ਼ ਕੀਤੀ, ਸ਼ਰਾਬ ਦੀ ਬੋਤਲ ਨੂੰ ਤੋੜ ਕੇ ਕੁਝ ਲੋਕਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਹਿਲਾ ਨੂੰ ਕਾਬੂ ਕਰਕੇ ਗੁਰਦੁਆਰੇ ਦੇ ਮੈਨੇਜਰ ਦੇ ਦਫ਼ਤਰ 'ਚ ਲਿਜਾਇਆ ਗਿਆ ਜਿੱਥੇ ਕਿ ਉੱਥੇ ਪੁਲਿਸ ਦੀ ਜਿਹੜੀ ਪੈਟਰੋਲ ਗੁਰਦੁਆਰਾ ਸਾਹਿਬ ਦੇ ਬਾਹਰ ਤੈਨਾਤ ਹੁੰਦੀ ਹੈ ਉੱਥੋਂ ਪੁਲਿਸ ਨੂੰ ਵੀ ਸੱਦ ਲਿਆ ਗਿਆ ਸੀ। ਪੁਲਿਸ ਦੇ ਮੁਲਾਜ਼ਮ ਇਸ ਨੂੰ ਜਦੋਂ ਪੁਲਿਸ ਥਾਣੇ ਲਿਜਾਣ ਲੱਗਦੇ ਨੇ, ਨਿਰਮਲਜੀਤ ਸਿੰਘ ਸੈਣੀ ਨਾਂ ਦਾ ਇੱਕ ਸ਼ਖਸ ਆਪਣੇ ਲਾਇਸੈਂਸੀ ਰਿਵਾਲਵਰ ਲੈ ਕੇ ਆਂਦਾ ਹੈ ਉਸ ਥਾਂ ਦੇ ਉੱਤੇ ਤੇ ਘਟਨਾ ਸਥਲ ਉੱਤੇ ਇਸ ਮਹਿਲਾ ਨੂੰ ਗੋਲੀਆਂ ਮਾਰ ਦਿੰਦਾ ਹੈ। ਸੋ ਫੁੱਲ ਪਬਲਿਕ ਵਿਊ ਦੇ ਵਿੱਚ ਜਦੋਂ ਇਹ ਵਿਵਾਦ ਚੱਲਦਾ ਪਿਆ ਸੀ ਇਸ ਮਹਿਲਾ ਨੂੰ ਗੋਲੀਆਂ ਮਾਰੀਆਂ ਗਈਆਂ। 3 ਗੋਲੀਆਂ ਦੱਸਿਆ ਜਾਂਦਾ ਹੈ ਇਸ ਮਹਿਲਾ ਨੂੰ ਲੱਗੀਆਂ ਜਿਸ ਤੋਂ ਬਾਅਦ ਇਸ ਨੂੰ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਗੋਲੀਬਾਰੀ ਦੇ ਵਿੱਚ ਇੱਕ ਹੋਰ ਸ਼ਰਧਾਲੂ ਜੋ ਕਿ ਉਸੇ ਵਕਤ ਗੁਰਦੁਆਰਾ ਦੇ ਪਰਿਸਰ ਦੇ ਵਿੱਚ ਇਸ ਪੂਰੇ ਘਟਨਾਕ੍ਰਮ ਦਾ ਇੱਕ ਵਿਟਨੈਸ ਸੀ ਉਸ ਨੂੰ ਵੀ ਗੋਲੀ ਵੱਜਦੀ ਹੈ ਤੇ ਉਹ ਬਾਲ-ਬਾਲ ਬਚ ਜਾਂਦਾ ਹੈ। ਸੋ ਰਜਿੰਦਰਾ ਹਸਪਤਾਲ ਦੋਵੇਂ ਘਾਇਲਾਂ ਨੂੰ ਲਿਜਾਇਆ ਗਿਆ ਜਿੱਥੇ ਕਿ ਮਹਿਲਾ ਨੇ ਦਮ ਤੋੜਤਾ ਸੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ। ਲੇਕਿਨ ਦੂਸਰਾ ਜਿਹੜਾ ਸ਼ਰਧਾਲੂ ਸਾਗਰ ਉਸ ਦਾ ਨਾਂ ਦੱਸਿਆ ਜਾਂਦਾ ਹੈ ਉਸ ਦੀ ਇਸ ਵਾਰਦਾਤ ਦੇ ਵਿੱਚ ਜਾਨ ਬਚ ਜਾਂਦੀ ਹੈ। ਹੁਣ ਇਹ ਪੂਰਾ ਮਾਮਲਾ ਕੀ ਧਾਰਮਿਕ ਮਰਿਆਦਾ ਦੀ ਉਲੰਘਣਾ ਦਾ ਇੱਕ ਵੱਡਾ ਮਾਮਲਾ ਹੈ ਜਾਂ ਫਿਰ ਬੇਅਦਬੀ ਦਾ ਮਾਮਲਾ, ਇਸ ਚੀਜ਼ ਨੂੰ ਤਾਂ ਇਸ ਵਿਸ਼ੇ ਨੂੰ ਤਾਂ ਧਾਰਮਿਕ ਮਾਹਰ ਹੀ ਬਿਹਤਰ ਤਰੀਕੇ ਦੇ ਨਾਲ ਐਡਰੈਸ ਕਰ ਸਕਦੇ ਨੇ, ਇਸ ਦਾ ਜਵਾਬ ਉਹ ਦੇ ਸਕਦੇ ਨੇ। ਲੇਕਿਨ ਆਪਾਂ ਅੱਜ ਸਮਝਣ ਦੀ ਕੋਸ਼ਿਸ਼ ਇਹ ਜ਼ਰੂਰ ਕਰਾਂਗੇ ਕਿ ਕਿਉਂ ਅਜਿਹੀ ਕਿਸੇ ਵੀ ਘਟਨਾ ਦੇ ਪਹਿਲਾਂ ਤਾਂ ਵਾਪਰਨ ਦੀ ਨੌਬਤ ਕਿਉਂ ਆਉਂਦੀ ਹੈ। ਦੇਖੋ ਕਿੰਨੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਕਿ ਗੁਰਦੁਆਰਾ ਪਰਿਸਰ ਸਰੋਵਰ ਦੇ ਅੰਦਰ ਇੱਕ ਮਹਿਲਾ ਸ਼ਰਾਬ ਦਾ ਕੁਆਟਰ ਲੈ ਕੇ ਵੜ ਜਾਂਦੀ ਹੈ। ਆਪਣੇ ਆਪ ਦੇ ਵਿੱਚ ਇਹ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਜਾਣਕਾਰੀ ਤਾਂ ਹੈ ਹੀ ਹੈ। ਇਸ ਤੋਂ ਬਾਅਦ ਕੋਈ ਵੀ ਆਦਮੀ ਸ਼ਖਸ ਗੁੱਸੇ ਵਿੱਚ ਆ ਕੇ ਕੋਈ ਵਾਰਦਾਤ ਕਰ ਸਕਦਾ ਹੈ, ਲੇਕਿਨ ਉਸੇ ਪਰਿਸਰ ਦੇ ਵਿੱਚ ਇੱਕ ਸ਼ਖਸ ਹਥਿਆਰ ਲੈ ਕੇ ਵੀ ਕਿਵੇਂ ਐਂਟਰ ਕਰ ਜਾਂਦਾ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਸ ਬੰਦੇ ਨੇ ਗੋਲੀਆਂ ਚਲਾਈਆਂ ਹੋਰ ਸ਼ਰਧਾਲੂਆਂ ਨੂੰ ਵੀ ਗੋਲੀਆਂ ਵੱਜੀਆਂ ਤੇ ਉਹ ਵੀ ਇਸ ਘਟਨਾ ਦੇ ਵਿੱਚ ਮਾਰੇ ਜਾ ਸਕਦੇ ਸੀ। ਸੋ 2-3 ਸਵਾਲ ਜਿਹੜੇ ਖੜੇ ਹੁੰਦੇ ਨੇ ਤੇ ਆਪਾਂ ਜੇ ਲੜੀ ਦੇਖੀਏ ਪੰਜਾਬ ਦੇ ਵਿੱਚ ਜਿੰਨੀਆਂ ਵੀ ਵੱਡੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਪਟਿਆਲਾ ਦੀ ਇਹ ਘਟਨਾ ਉਹਨਾਂ ਹੀ ਗੰਭੀਰ ਸਵਾਲਾਂ ਨੂੰ ਇੱਕ ਵਾਰ ਫੇਰ ਜਨਮ ਦਿੰਦੀ ਹੈ, ਉਭਾਰਦੀ ਹੈ ਜੋ ਕਿ ਪਹਿਲਾਂ ਵੀ ਇਸ ਤਰੀਕੇ ਦੀਆਂ ਘਟਨਾਵਾਂ ਤੇ ਵਾਰਦਾਤਾਂ ਦੇ ਵਿੱਚ ਉੱਭਰਦੇ ਆਏ ਹੈਗੇ ਨੇ। ਆਖਿਰ ਨੌਬਤ ਅਜਿਹੀ ਕਿਉਂ ਆਉਂਦੀ ਹੈ ਕਿ ਇੱਕ ਆਮ ਆਦਮੀ ਨੂੰ ਧਾਰਮਿਕ ਭਾਵਨਾਵਾਂ ਜਦੋਂ ਉਸ ਦੀਆਂ ਨੂੰ ਠੇਸ ਵੱਜਦੀ ਹੈ ਉਸ ਤੋਂ ਬਾਅਦ ਹਥਿਆਰ ਚੁੱਕ ਕੇ ਇਸ ਤਰੀਕੇ ਦੇ ਅਨਸਰਾਂ ਇਸ ਤਰੀਕੇ ਦੇ ਲੋਕਾਂ ਨੂੰ ਜਾਨੋਂ ਮਾਰ ਮੁਕਾਉਣਾ ਪੈਂਦਾ ਹੈ। ਉਸ ਦੀ ਇਸ ਘਟਨਾ ਉਸ ਦੀ ਇਸ ਕਾਰਵਾਈ ਦੇ ਵਿੱਚ ਕੀ ਉਹ ਹਮੇਸ਼ਾ ਠੀਕ ਹੁੰਦਾ ਹੈ ਜਾਂ ਫਿਰ ਉਸ ਨੂੰ ਗਲਤ ਵੀ ਮੰਨਿਆ ਜਾਵੇ? ਉਹ ਇਸ ਤਰੀਕੇ ਦੇ ਨਾਲ ਕਾਨੂੰਨ ਆਪਣੇ ਹੱਥ ਵਿੱਚ ਕੀ ਲੈ ਸਕਦਾ ਹੈ, ਉਸ ਨੂੰ ਲੈਣਾ ਚਾਹੀਦਾ ਹੈ। ਧਾਰਮਿਕ ਮਰਿਆਦਾ ਦੀ ਉਲੰਘਣਾ ਦੇ ਕੇਸਾਂ ਦੇ ਉੱਤੇ ਐਡਜੂਡੀਕੇਸ਼ਨ ਉਸ ਦੇ ਉੱਤੇ ਕੋਈ ਅੰਤਿਮ ਫੈਸਲਾ ਹੋਣ ਤੋਂ ਪਹਿਲਾਂ ਹੀ ਲੋਕਾਂ ਦਾ ਸੌਦਾ ਪਬਲਿਕ ਵਿਊ ਦੇ ਵਿੱਚ ਕਿਉਂ ਲਾਤਾ ਜਾਂਦਾ ਹੈ? ਕੀ ਸਾਡਾ ਸਿਸਟਮ, ਸਾਡੀ ਪੁਲਿਸ, ਲਾਅ ਐਂਡ ਆਰਡਰ ਜਾਂ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਹੈ ਧਾਰਮਿਕ ਥਾਨਾਂ ਉੱਤੇ ਮਰਿਆਦਾ ਨੂੰ ਕਾਇਮ ਰੱਖਣਾ, ਉਸ ਦਾ ਪਾਲਣ ਹੁੰਦਾ ਰਹੇ ਤੇ ਇਸ ਤਰੀਕੇ ਦੀ ਬੇਅਦਬੀ ਦੀਆਂ ਘਟਨਾਵਾਂ ਜਾਂ ਕੋਈ ਵੀ ਸ਼ਖਸ ਮਰਿਆਦਾ ਤੋਂ ਬਾਹਰ ਹੁੰਦਾ ਹੈ ਤਾਂ ਉਸ ਨੂੰ ਜਾਂ ਤਾਂ ਸਮਝਾਇਆ ਜਾਵੇ, ਉਸ ਨੂੰ ਤਾੜਿਆ ਜਾਵੇ, ਉਸ ਨੂੰ ਬਣਦੀ ਉਸ ਦੀ ਸਜ਼ਾ ਦਿੱਤੀ ਜਾਵੇ। ਕਿਸੇ ਵੀ ਸ਼ਖਸ ਵੱਲੋਂ ਜਦੋਂ ਧਾਰਮਿਕ ਮਰਿਆਦਾ ਦਾ ਉਲੰਘਣ ਕੀਤਾ ਜਾਂਦਾ ਹੈ ਇਸ ਕਾਰਵਾਈ ਨੂੰ ਕਰਦੇ ਸਮੇਂ ਕੀ ਉਹ ਆਪਣੇ ਆਪੇ ਦੇ ਵਿੱਚ ਆਪਣੇ ਕੰਟਰੋਲ ਦੇ ਵਿੱਚ ਹੁੰਦਾ ਹੈ? ਉਸ ਨੂੰ ਕਿਸੇ ਕਿਸਮ ਦੀ ਐਡਿਕਸ਼ਨ, ਉਸ ਦੀ ਮਾਨਸਿਕ ਅਵਸਥਾ, ਕਿਸੇ ਡਿਪਰੈਸ਼ਨ ਦਾ ਸ਼ਿਕਾਰ, ਉਸ ਦਾ ਮਾਨਸਿਕ ਸੰਤੁਲਨ, ਇਹ ਜਿਹੜੇ ਫੈਕਟਰਸ ਨੂੰ ਕੀ ਕੰਸੀਡਰ ਕੀਤਾ ਜਾਣਾ ਚਾਹੀਦਾ ਹੈ? ਇਹਨਾਂ ਫੈਸਲਿਆਂ ਦੇ ਉੱਤੇ ਫਾਈਨਲ ਐਡਜੂਡੀਕੇਸ਼ਨ ਤੇ ਫੈਸਲਾ ਦੇਣ ਦੀ ਅਥਾਰਟੀ ਕੌਣ ਹੋਣੀ ਚਾਹੀਦੀ ਹੈ? ਜੇ ਸੌਦੇ ਸੜਕਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਲੱਗਣੇ ਸ਼ੁਰੂ ਹੋ ਜਾਣਗੇ ਤਾਂ ਫਿਰ ਰੂਲ ਆਫ ਲਾਅ ਕਿੱਥੇ ਜਾਏਗਾ? ਮੈਂ ਪਹਿਲਾਂ ਵੀ ਸਵਾਲ ਨੂੰ ਚੁੱਕਿਆ ਹਾਂ, ਲੇਕਿਨ ਮਹੱਤਵਪੂਰਨ ਕੁਐਸਚਨ ਇਹ ਹੈ ਕਿ ਵਿਵਸਥਾ ਕੀ ਹੈ? ਇਸ ਤਰੀਕੇ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਇੱਕ ਜਿਹੜਾ ਸਿਸਟਮ ਬਣੇ ਹੋਏ ਨੇ, ਸਾਡੇ ਜਿਹੜੇ ਅਦਾਰੇ ਬਣੇ ਹੋਏ ਨੇ, ਕੀ ਅੱਜ ਉਹ ਡਿਫੰਕਟ ਤੇ ਫੇਲ ਹੋ ਚੁੱਕੇ ਨੇ ਜਿਸ ਦੇ ਚੱਲਦਿਆਂ ਅੱਜ ਨੌਬਤ ਇੱਥੋਂ ਤੱਕ ਆ ਚੁੱਕੀ ਹੈ? ਇਸ ਘਟਨਾ ਬਾਰੇ ਵੇਰਵੇ ਜਾਰੀ ਕਰਦੇ ਸਮੇਂ ਪਟਿਆਲਾ ਪੁਲਿਸ ਦੇ ਐਸਐਸਪੀ ਹੋਣ ਜਾਂ ਫਿਰ ਐਸਜੀਪੀਸੀ ਦੇ ਨੁਮਾਇੰਦੇ ਹੋਣ, ਉਹਨਾਂ ਦੀ ਪੂਰੀ ਹਿਮਾਇਤ ਕਿਤੇ ਨਾ ਕਿਤੇ
ਇਸ ਹਮਲਾਵਰ ਨਿਰਮਲਜੀਤ ਸਿੰਘ ਸੈਣੀ ਦੇ ਹੱਕ ਵਿੱਚ ਨਜ਼ਰ ਆਈ ਤੇ ਇਸ ਦੀਆਂ ਭਾਵਨਾਵਾਂ ਨੂੰ ਕਾਫੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਸੀ। ਇੱਕ ਤਰੀਕੇ ਦੇ ਨਾਲ ਨਾ ਸਿਰਫ ਜਸਟੀਫਾਈ ਕੀਤਾ ਜਾ ਰਿਹਾ ਸੀ ਕਿ ਹਾਂਜੀ ਇਸ ਸ਼ਖਸ ਦੀ ਭਾਵਨਾਵਾਂ ਨੂੰ ਬੜੀ ਠੇਸ ਵੱਜੀ, ਸਰੋਵਰ ਦੇ ਨੇੜੇ ਸ਼ਰਾਬ ਪੀਣ ਦੀ ਅਜਿਹੀ ਘਟਨਾ ਸੀ, ਉਸ ਘਟਨਾ ਦੇ ਚੱਲਦੇ ਕੋਈ ਵੀ ਸ਼ਰਧਾਲੂ ਹੁੰਦਾ ਉਸ ਨੂੰ ਇਸ ਤਰੀਕੇ ਦੀ ਭਾਵਨਾਤਮਕ ਤੌਰ ਤੇ ਸੱਟ ਵੱਜਣੀ ਸੀ। ਇਸ ਵਾਸਤੇ ਇਸਨੇ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਗੋਲੀ ਚਲਾਈ। ਹੁਣ ਪੁਲਿਸ ਦੇ ਜਿਹੜੇ ਮੁਖੀ ਹੈਗੇ ਨੇ, ਐਸਐਸਪੀ ਹੈਗੇ ਨੇ, ਉਹਨਾਂ ਨੇ ਆਪਣੇ ਵੱਲੋਂ ਇਹ ਵੀ ਕਾਫੀ ਹੱਦ ਤੱਕ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜੀ ਇਹ ਤਾਂ ਲਾਇਸੈਂਸੀ ਹਥਿਆਰ ਸੀ। ਹੁਣ ਇੱਥੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਕੁਝ ਮਹੀਨੇ ਬੈਕ ਲੈ ਕੇ ਚੱਲਦਾ, ਜਦੋਂ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਸੁਧੀਰ ਸੂਰੀ ਵਾਲੀ ਘਟਨਾ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ, ਜਦੋਂ ਕਿ ਸੁਧੀਰ ਸੂਰੀ ਨੂੰ ਸਰੇਆਮ ਪੁਲਿਸ ਦੀ ਗਾਰਡ ਦੇ ਵਿੱਚ ਉਸਦੇ ਆਪਣੇ ਸਿਕਿਉਰਿਟੀ ਗਨਮੈਨਾਂ ਦੀ ਮੌਜੂਦਗੀ ਦੇ ਵਿੱਚ ਗੋਲੀਆਂ ਮਾਰਤੀਆਂ ਗਈਆਂ ਸੀ। ਉਸ ਵਕਤ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਡੀਜੀਪੀ ਨੇ ਇੱਕ ਨਿਰਦੇਸ਼ ਦਿੱਤਾ ਸੀ ਕਿ ਲਾਇਸੈਂਸੀ ਹਥਿਆਰਾਂ ਦਾ ਰਿਵਿਊ ਸਟੇਟ ਵਾਈਡ ਕੀਤਾ ਜਾਏ, ਯਾਨੀ ਕਿ ਉਹ ਲੋਕਾਂ ਜਿਨ੍ਹਾਂ ਨੂੰ ਹਥਿਆਰ ਜਾਰੀ ਕੀਤੇ ਗਏ ਨੇ, ਲਾਇਸੈਂਸ ਜਾਰੀ ਕੀਤੇ ਗਏ ਨੇ, ਉਹਨਾਂ ਨੂੰ ਰਿਵਿਊ ਕੀਤਾ ਜਾਏ ਤੇ ਬੇਲੋੜੇ ਲਾਇਸੈਂਸਾਂ ਨੂੰ ਕੈਂਸਲ ਕੀਤਾ ਜਾਏ। ਇੱਕ ਬੜੀ ਵਿਆਪਕ ਮੁਹਿੰਮ ਤੁਰੀ ਸੀ, ਬਹੁਤ ਹੀ ਗੱਜ ਵੱਜ ਕੇ ਇਸ ਦਾ ਪ੍ਰਚਾਰ ਵੀ ਕੀਤਾ ਗਿਆ ਸੀ। ਪਟਿਆਲਾ ਜਿਹੜਾ ਜ਼ਿਲ੍ਹਾ ਹੈ ਉਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ 30,000 ਦੇ ਆਸ-ਪਾਸ ਲਾਇਸੈਂਸ ਹੈਗੇ ਨੇ, ਜਿਨ੍ਹਾਂ ਵਿੱਚੋਂ 274 ਲਾਇਸੈਂਸ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਕੈਂਸਲ ਕੀਤੇ ਗਏ ਸਨ, ਯਾਨੀ ਕਿ ਅਜਿਹੇ ਅਨਸਰ ਜਿਨ੍ਹਾਂ ਦੇ ਕੋਲ ਹਥਿਆਰ ਨਹੀਂ ਸੀ ਹੋਣੇ ਚਾਹੀਦੇ ਉਹਨਾਂ ਦੇ ਲਾਇਸੈਂਸ ਵਗੈਰਾ ਕੈਂਸਲ ਕਰਤੇ ਗਏ ਸੀ। ਪੁਲਿਸ ਦਾ ਇੱਕ ਪ੍ਰੋਪਰ ਡਿਸਟ੍ਰਿਕਟ ਲੈਵਲ ਤੇ ਹਰ ਜ਼ਿਲ੍ਹੇ ਦੇ ਵਿੱਚ ਰਿਵਿਊ ਹੋਇਆ ਸੀ। ਅੱਜ ਜਦੋਂ ਇੱਕ ਹੋਰ ਘਟਨਾ ਵਾਪਰ ਗਈ ਹੈ ਜਿਸ ਵਿੱਚ ਕਿ ਨਿਰਮਲਜੀਤ ਸਿੰਘ ਸੈਣੀ ਨੇ ਆਪਣੇ ਹਥਿਆਰ, ਲਾਇਸੈਂਸੀ ਹਥਿਆਰ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਤੁਸੀਂ ਅੱਜ ਇਸ ਘਟਨਾ ਨੂੰ ਕਿਵੇਂ ਜਸਟੀਫਾਈ ਕਰਦੇ ਹੋ, ਕਿਵੇਂ ਇਸ ਨੂੰ ਐਕਸਪਲੇਨ ਕਰਦੇ ਹੋ? ਇਹ ਸਵਾਲ ਪੰਜਾਬ ਪੁਲਿਸ ਤੋਂ ਤੇ ਪਟਿਆਲਾ ਪੁਲਿਸ ਤੋਂ ਸਪੈਸੀਫਿਕਲੀ ਬਣਦਾ ਹੈ। ਉਸ ਵਕਤ ਜਦੋਂ ਕਿ ਤੁਸੀਂ ਅਜਿਹੀਆਂ ਪਹਿਲਾਂ ਵਾਪਰ ਰਹੀਆਂ ਘਟਨਾਵਾਂ ਦੇ ਚੱਲਦੇ ਹੋਏ ਸਾਰੇ ਲਾਇਸੈਂਸੀ ਹਥਿਆਰਾਂ ਦੇ ਰਿਵਿਊ ਦੀ ਗੱਲ ਕੀਤੀ ਸੀ। ਦੂਸਰਾ ਅਗਲਾ ਜਿਹੜਾ ਵੱਡਾ ਸਵਾਲ ਹੈ ਉਹ ਇਹ ਹੈ ਕਿ ਇਹ ਜਿਹੜੀ ਮਹਿਲਾ ਜਿਸ ਵੀ ਅਵਸਥਾ ਦੇ ਵਿੱਚ ਸੀ, ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ, ਸ਼ਰਾਬ ਦੇ ਨਸ਼ੇ ਦੀ ਲੱਤ ਦੀ ਆਦੀ ਸੀ, ਡਿਪਰੈਸ਼ਨ ਦੇ ਵਿੱਚ ਸੀ, ਇਹਦੀ ਕੋਈ ਵੀ ਅਵਸਥਾ ਰਹੀ ਹੋਵੇ, ਇਸ ਨੇ ਮਰਿਆਦਾ ਦਾ ਉਲੰਘਣ ਕੀਤਾ, ਇਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਸੀ, ਲੇਕਿਨ ਉਹ ਸਜ਼ਾ ਹੋਣੀ ਕੀ ਚਾਹੀਦੀ ਸੀ। ਤੇ ਇਹ ਵੀ ਐਸਜੀਪੀਸੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਵਕਤ ਤੱਕ ਪੁਲਿਸ ਨੂੰ ਉੱਥੇ ਸੱਦਿਆ ਜਾ ਚੁੱਕਾ ਸੀ। ਹੁਣ ਇੱਕ ਪਾਸੇ ਪਟਿਆਲੇ ਦੇ ਐਸਐਸਪੀ ਪ੍ਰੈਸ ਬਰੀਫਿੰਗ ਦੇ ਦੌਰਾਨ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਸਾਡੀ ਜਿਹੜੀ ਪੁਲਿਸ ਹੈ ਉਹ ਗੁਰਦੁਆਰਾ ਪਰਿਸਰ ਦੇ ਬਾਹਰ ਹੈ, ਉੱਥੇ ਇੱਕ ਟਵੇਰਾ ਗੱਡੀ ਖੜੀ ਹੁੰਦੀ ਹੈ, ਪੈਟਰੋਲ ਲੱਗੀ ਹੁੰਦੀ ਹੈ, ਗੁਰਦੁਆਰੇ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਗਏ ਹੈਗੇ ਨੇ, ਲੇਕਿਨ ਉਹ ਜਿਹੜੇ ਕਰਮਚਾਰੀ ਅਧਿਕਾਰੀ ਹੈਗੇ ਨੇ ਗੁਰਦੁਆਰੇ ਦੀ ਹੱਦ ਤੋਂ ਬਾਹਰ ਹੀ ਰਹਿੰਦੇ ਨੇ। ਬਿਲਕੁਲ ਠੀਕ ਗੱਲਬਾਤ ਹੈ, ਉਹ ਅੰਦਰ ਨਹੀਂ ਆਉਂਦੇ, ਇੰਟਰਫੇਅਰ ਨਹੀਂ ਕਰਦੇ ਤੇ ਅੰਦਰ ਦੀ ਜਿਹੜੀ ਵੀ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੇਵਾਦਾਰ ਹੁੰਦੇ ਨੇ ਉੱਥੋਂ ਦੀ ਮੈਨੇਜਮੈਂਟ ਦੇ ਕੋਲ ਹੁੰਦੀ ਹੈ। ਲੇਕਿਨ ਜਦੋਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਧਿਕਾਰੀਆਂ ਦੇ ਮੁਤਾਬਕ ਉੱਥੇ ਪੁਲਿਸ ਨੂੰ ਸੱਦ ਲਿਆ ਗਿਆ, ਕਰਮਚਾਰੀ ਉੱਥੇ ਆ ਗਏ, ਉਹ ਇਸ ਮਹਿਲਾ ਨੂੰ ਉੱਥੋਂ ਲਿਜਾਣ ਲੱਗੇ, ਯਾਨੀ ਕਿ ਇਸ ਮਹਿਲਾ ਦੇ ਉੱਤੇ ਕਾਰਵਾਈ ਸ਼ੁਰੂ ਹੋ ਗਈ ਸੀ। ਪੁਲਿਸ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਸੀ, ਐਸਜੀਪੀਸੀ ਆਪਣਾ ਕੰਮ ਕਰ ਚੁੱਕੀ ਸੀ। ਇਸ ਤਰੀਕੇ ਦੇ ਕਿਸੇ ਵੀ ਖੁਰਾਫਾਤੀ ਅਨਸਰ, ਚਾਹੇ ਉਸ ਦੀ ਮਾਨਸਿਕ ਅਵਸਥਾ ਕੁਝ ਵੀ ਰਹੀ ਹੋਵੇ, ਉਹ ਡਿਪਰੈਸ਼ਨ ਦਾ ਸ਼ਿਕਾਰ ਹੋਵੇ, ਪਾਗਲ ਹੋਵੇ, ਮਰੀਜ਼ ਹੋਵੇ, ਕੁਝ ਵੀ ਹੋਵੇ, ਲੇਕਿਨ ਉਸ ਨੂੰ ਤੁਸੀਂ ਪੁਲਿਸ ਦੇ ਹਵਾਲੇ ਕਰਨਾ ਤੇ ਪੁਲਿਸ ਨੇ ਅੱਗੇ ਆਪਣਾ ਕੰਮ ਕਰਨਾ ਹੈ। ਲੇਕਿਨ ਉਸ ਦੌਰਾਨ ਹੀ ਇਹ ਸ਼ਖਸ ਆਪਣਾ ਹਥਿਆਰ ਲੈ ਕੇ ਆਉਂਦਾ ਤੇ ਗੋਲੀਆਂ ਚਲਾਉਂਦਾ ਹੈ। ਹੁਣ ਗੋਲੀਆਂ ਜਦੋਂ ਚੱਲਦੀਆਂ ਨੇ ਉਸ ਦੇ ਵਿੱਚ ਹੋਰ ਲੋਕ ਵੀ ਫੱਟੜ ਹੁੰਦੇ ਨੇ ਤੇ ਇੱਕ ਸਾਗਰ ਨਾਂ ਦੇ ਸ਼ਖਸ ਨੂੰ, ਜਿਵੇਂ ਪਹਿਲਾਂ ਜ਼ਿਕਰ ਕੀਤਾ, ਉਸ ਨੂੰ ਗੋਲੀ ਵੱਜਦੀ ਹੈ। ਹੁਣ ਜੇ ਮੰਨ ਲਓ ਇਸ ਘਟਨਾ ਦੇ ਵਿੱਚ ਇੱਕ ਦੋ ਹੋਰ ਲੋਕਾਂ ਦੀ ਮੌਤ ਹੋ ਜਾਂਦੀ, ਕਿਉਂਕਿ ਦੱਸਿਆ ਜਾਂਦਾ ਹੈ ਕਿ 5-6 ਗੋਲੀਆਂ ਉਸ ਸ਼ਖਸ ਵੱਲੋਂ ਚਲਾਈਆਂ ਗਈਆਂ। ਆਪਣੇ ਲਾਇਸੈਂਸੀ ਹਥਿਆਰ ਨੂੰ ਜਿਸ ਖੁੱਲੇ ਅੰਦਾਜ਼ ਦੇ ਵਿੱਚ ਇਸ ਸ਼ਖਸ ਨੇ ਪਹਿਲਾਂ ਤਾਂ ਗੁਰਦੁਆਰੇ ਦੇ ਕੰਪਾਊਂਡ ਦੇ ਵਿੱਚ ਲੈ ਕੇ ਆਂਦਾ ਹੈ, ਯਾਨੀ ਕਿ ਗੁਰਦੁਆਰੇ ਦਾ ਜਿਹੜਾ ਪਰਿਸਰ ਹੋਏਗਾ, ਮੈਨੇਜਰ ਦਾ ਜਿਹੜਾ ਦਫ਼ਤਰ ਹੈ, ਉੱਥੇ ਤੱਕ ਇਹਨੂੰ ਹਥਿਆਰ ਲਿਆਉਣ ਦੀ ਇਜਾਜ਼ਤ ਕਿਸ ਨੇ ਦਿੱਤੀ? ਕਿ ਉਹ ਇੱਕ ਮਰਿਆਦਾ ਦਾ ਉਲੰਘਣ ਨਹੀਂ ਮੰਨਿਆ ਜਾ ਸਕਦਾ ਜਾਂ ਉਸ ਨੂੰ ਇੱਕ ਮਰਿਆਦਾ ਦਾ ਉਲੰਘਣ ਨਹੀਂ ਮੰਨਿਆ ਜਾਣਾ ਚਾਹੀਦਾ? ਜਿਸ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਕਹਿੰਦੇ ਨੇ ਕਿ ਸਾਰੇ ਜਿਹੜੇ ਸਿੱਖ ਹੈਗੇ ਨੇ ਉਹਨਾਂ ਨੂੰ ਸ਼ਸਤਰ ਧਾਰਨ ਕਰਨੇ ਚਾਹੀਦੇ ਨੇ ਤੇ ਆਰਮਡ ਜਿਹੜੇ ਫਾਇਰ ਆਰਮਸ ਹੈਗੇ ਨੇ ਉਸ ਕੈਟੇਗਰੀ ਦੇ ਵਿੱਚ ਆਉਂਦੇ ਨੇ ਕਿ ਗੁਰਦੁਆਰਾ ਪ੍ਰੀਸਿੰਕਟਸ ਦੇ ਅੰਦਰ ਇਸ ਤਰੀਕੇ ਦੇ ਨਾਲ ਸ਼ਸਤਰ ਜਾਂ ਇਸ ਕੇਸ ਦੇ ਵਿੱਚ ਫਾਇਰ ਆਰਮ ਲਿਆਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਫਿਰ ਉਹਨਾਂ ਨੂੰ ਵਰਤਣ ਦਾ, ਫਾਇਰ ਆਰਮਸ ਦੇ ਇਸਤੇਮਾਲ ਦਾ ਤਰੀਕਾ ਤੇ ਸਲੀਕਾ ਕੀ ਹੋਣਾ ਚਾਹੀਦਾ ਹੈ। ਇਸ ਸ਼ਖਸ ਨੇ ਇਸ ਮਹਿਲਾ ਦੇ ਨਾਲ ਨਾਲ ਹੋਰ ਕਈ ਸ਼ਰਧਾਲੂਆਂ ਦੀ ਜ਼ਿੰਦਗੀਆਂ ਨੂੰ ਵੀ ਖਤਰੇ ਦੇ ਵਿੱਚ ਪਾਇਆ। ਉਸ ਤੋਂ ਬਾਅਦ ਇਹ ਸ਼ਖਸ ਫੜਿਆ ਜਾ ਚੁੱਕਾ ਤੇ ਅੱਜ ਜਿਵੇਂ ਮੈਂ ਖਬਰਾਂ ਦੇਖ ਰਿਹਾ ਸੀ, ਪੜ੍ਹ ਰਿਹਾ ਸੀ, ਉਸ ਦੇ ਵਿੱਚ ਇਹ ਆ ਰਿਹਾ ਸੀ ਕਿ ਨਿਰਮਲਜੀਤ ਸਿੰਘ ਨੂੰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ, ਕੋਰਟਸ ਦੇ ਵਿੱਚ ਉਹਨੂੰ ਰਿਮਾਂਡਸ ਵਗੈਰਾ ਲਈ ਪੇਸ਼ ਕੀਤਾ ਜਾਂਦਾ ਤਾਂ ਉਸ ਵਕਤ ਉਸ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਉਸ ਦਾ ਸਵਾਗਤ ਕੀਤਾ ਜਾਂਦਾ ਹੈ। ਕਈ ਥਾਂ ਤੇ ਤਾਂ ਸ਼ਾਇਦ ਫੁੱਲ ਵੀ ਉਸ ਉੱਤੇ ਬਰਸਾਏ ਗਏ। ਸੋ ਇਸ ਤਰੀਕੇ ਦਾ ਜਿਹੜਾ ਇੱਕ ਰਿਵਾਜ, ਜਿਵੇਂ ਕਿ ਮੈਂ ਆਪਣੀ ਰਿਪੋਰਟ ਦੇ ਸ਼ੁਰੂਆਤ ਦੇ ਵਿੱਚ ਕੀਤਾ ਸੀ, ਇਹ ਬਹੁਤ ਹੀ ਅਨਫੋਰਚੂਨੇਟ ਟ੍ਰੈਂਡ ਹੈ। ਇਸ ਘਟਨਾ ਤੇ ਇਸ ਦੇ ਨਾਲ ਦੀਆਂ तमाम ਹੋ ਰਹੀਆਂ ਜਾਂ ਵਾਪਰ ਚੁੱਕੀਆਂ ਘਟਨਾਵਾਂ ਦੇ ਵਿੱਚ ਜਿਹੜਾ ਐਬਜੈਕਟ ਫੇਲੀਅਰ ਹੈ, ਯਾਨੀ ਕਿ ਜਿਹੜੀ ਨਾਕਾਮਯਾਬੀ ਹੈ, ਉਹ ਜਾਂ ਤਾਂ ਪੁਲਿਸ ਦੀ ਹੈ ਜਾਂ ਫਿਰ ਐਸਜੀਪੀਸੀ ਦੇ ਪ੍ਰਬੰਧਕਾਂ ਦੀ, ਜੋ ਕਿ
ਤਸੱਲੀ ਬਖਸ਼ ਤਰੀਕੇ ਦੇ ਨਾਲ ਇਸ ਤਰੀਕੇ ਦੇ ਮਰਿਆਦਾ ਦੇ ਉਲੰਘਣਾ ਦੇ ਕੇਸ ਹੋਣ ਜਾਂ ਫਿਰ ਬੇਅਦਬੀ ਦੇ ਮਾਮਲੇ ਹੋਣ, ਉਹਨਾਂ ਦੇ ਵਿੱਚ ਇਨਸਾਫ ਨਹੀਂ ਕਰਵਾ ਸਕੇ, ਜਾਂ ਫਿਰ ਕਹਿ ਲਈਏ ਕਿ ਇਸ ਚੀਜ਼ ਦੀ ਸੰਤੁਸ਼ਟੀ ਸੰਗਤਾਂ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਨਹੀਂ ਦੇ ਸਕੇ ਕਿ ਅਸੀਂ ਉਚੇਚੀ ਬਣਦੀ ਕਾਰਵਾਈ ਕੀਤੀ ਤੇ ਜਿਹੜੇ ਲੋਕ ਉਹਨੇ ਜਿੰਨਾ ਵੀ ਉਸਦਾ ਕਸੂਰ ਸੀ ਉਸ ਦੇ ਮੁਤਾਬਕ ਉਸ ਨੂੰ ਸਜ਼ਾ ਮਿਲੀ। ਹੁਣ ਇਸ ਪੂਰੇ ਦੇ ਪੂਰੇ ਨੈਰੇਟਿਵ ਦੇ ਵਿੱਚ ਨਿਆਂ ਅਤੇ ਜਸਟਿਸ ਦਾ ਜਦੋਂ ਸਵਾਲ ਖੜਾ ਹੋ ਜਾਂਦਾ ਹੈ ਤਾਂ ਫਿਰ ਸਜ਼ਾ ਕਿੰਨੀ, ਕਿਸ ਨੂੰ, ਕਿਸ ਅਨੁਪਾਤ ਦੇ ਨਾਲ ਦਿੱਤੀ ਜਾਂਦੀ ਹੈ, ਉਸਦਾ ਕਸੂਰ ਕਿੱਡਾ ਹੈ ਤੇ ਉਸ ਨੂੰ ਸਜ਼ਾ ਕੀ ਦਿੱਤੀ ਗਈ ਹੈ, ਇਸ ਚੀਜ਼ ਦੇ ਵਿੱਚ ਦਾ ਸੰਤੁਲਨ ਤੁਹਾਨੂੰ ਕਰਨਾ ਪਏਗਾ। ਜੇ ਤੁਸੀਂ ਸੰਤੁਲਨ ਨਹੀਂ ਕਰ ਪਾ ਰਹੇ ਹੋ ਤਾਂ ਤੁਸੀਂ ਫਿਰ ਇਨਸਾਫ ਦੀ ਨਹੀਂ ਗੱਲ ਕਰ ਰਹੇ, ਤੁਸੀਂ ਜਸਟਿਸ ਦੀ ਗੱਲ ਕਰ ਹੀ ਨਹੀਂ ਰਹੇ ਹੋ। ਅਕਸਰ ਆਪਾਂ ਬੇਅਦਬੀ ਦੇ ਕੇਸਾਂ ਦੇ ਵਿੱਚ ਇਨਸਾਫ ਇਨਸਾਫ ਇਨਸਾਫ, ਸੜਕਾਂ ਦੇ ਉੱਤੇ ਜਿਹੜੇ ਹਥਿਆਰਬੰਦ ਲੋਕ ਤੁਰ ਰਹੇ ਨੇ, ਕਿਸੇ ਦਾ ਸੌਦਾ ਲਾਉਣ ਲਈ ਜਿਹੜੇ ਬਹੁਤ ਹੀ ਜ਼ਿਆਦਾ ਕਾਲੇ ਲੋਕ ਹੈਗੇ ਨੇ, ਉਹ ਵੀ ਹੁਣ ਇਨਸਾਫ ਦੀ ਗੱਲ ਕਰ ਰਹੇ ਹੈਗੇ ਨੇ। ਕਿੱਥੇ ਹੈ ਉਹ ਪੈਮਾਨੇ, ਕਿੱਥੇ ਹੈ ਉਹ ਮਾਪਦੰਡ, ਕੌਣ ਕ੍ਰਾਈਟੇਰੀਅਨ ਕਿੱਥੇ ਹੈ? ਤੁਸੀਂ ਕੋਈ ਵੀ ਕਿਸੇ ਵੀ ਦੁਨੀਆ ਦੇ ਕਾਨੂੰਨ ਦੇ ਤਹਿਤ ਜਾਂ ਕਿਸੇ ਵੀ ਨਿਜ਼ਾਮ ਦੇ ਤਹਿਤ ਜਦੋਂ ਕੋਈ ਸਜ਼ਾ ਸੁਣਾਉਣੀ ਹੈ ਉਸ ਦਾ ਇੱਕ ਕੋਡ ਹੁੰਦਾ ਹੈ, ਕ੍ਰਿਮੀਨਲ ਕੋਡ ਹੁੰਦਾ ਹੈ। ਸੋ ਜੇ ਧਾਰਮਿਕ ਰਹਿਤ ਮਰਿਆਦਾ ਦੀ ਉਲੰਘਣਾ ਹੋਈ ਹੈ, ਕਿਸੇ ਨੇ ਕੀਤੀ ਹੈ, ਉਸ ਦੀ ਵੀ ਕੁਝ ਸਜ਼ਾ ਹੁੰਦੀ ਹੋਏਗੀ। ਉਹ ਲੋਕ ਜੋ ਕਿ ਹਥਿਆਰ ਲੈ ਕੇ ਸੌਦਾ ਲਾਉਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ, ਜਾਂ ਫਿਰ ਉਹ ਲੋਕ ਜੋ ਕਿ ਉਹਨਾਂ ਦੀ ਹਿਮਾਇਤ ਕਰਦੇ ਨੇ, ਉਹਨਾਂ ਨੇ ਅੱਜ ਤੱਕ ਸਰਕਾਰਾਂ ਤੋਂ ਸਵਾਲ ਨਹੀਂ ਪੁੱਛੇ ਕਿ ਤੁਸੀਂ ਬੇਅਦਬੀ ਦੀ ਸਜ਼ਾਵਾਂ ਨੂੰ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਸਖਤ ਕਿਉਂ ਨਹੀਂ ਕਰ ਪਾਏ ਹੋ। ਆਪਾਂ ਇੱਕ ਨਹੀਂ ਮਲਟੀਪਲ ਅਜਿਹੀਆਂ ਰਿਪੋਰਟਸ ਬਣਾਈਆਂ ਨੇ ਜਿਸ ਵਿੱਚ ਇਸ ਇਸ਼ੂ ਨੂੰ ਫਲੈਗ ਕੀਤਾ ਗਿਆ। ਅੱਜ ਤੱਕ ਨਾ ਤਾਂ ਸਰਕਾਰਾਂ ਨੇ ਉਸ ਵੱਲ ਧਿਆਨ ਦਿੱਤਾ ਤੇ ਲੋਕ ਵੀ ਧਿਆਨ ਨਹੀਂ ਦਿੰਦੇ। ਹੁਣ ਵੱਡਾ ਇਸ਼ੂ ਇਹ ਹੈ ਕਿ ਲੋਕ ਸੜਕਾਂ ਦੇ ਉੱਤੇ ਹਥਿਆਰ ਚੁੱਕ ਕੇ ਤੁਰ ਰਹੇ ਹੈਗੇ ਨੇ ਤੇ ਜਿੱਥੇ ਕਿਸ ਨੂੰ ਲੱਗਦਾ ਵੀ ਕੋਈ ਕਿਸੇ ਦੀ ਬੇਅਦਬੀ ਕਰਦਾ ਪਿਆ, ਉਸ ਦਾ ਸੌਦਾ ਲਾ ਦਿਓ। ਦੇਖੋ, ਦਿੱਲੀ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ, ਸਿੰਘੂ ਬਾਰਡਰ ਦੇ ਉੱਤੇ ਇੱਕ ਸ਼ਖਸ ਨੂੰ ਕਿੰਨੇ ਤਾਲਿਬਾਨੀ ਅੰਦਾਜ਼ ਦੇ ਵਿੱਚ ਵੱਢਿਆ ਗਿਆ ਸੀ। ਅੱਜ ਤੱਕ ਇਹ ਚੀਜ਼ ਐਸਟੈਬਲਿਸ਼ ਨਹੀਂ ਹੋ ਪਾਈ ਹੈ ਉੱਥੇ ਕਿ ਉਸਨੇ ਕਿਹੜੀ ਬੇਅਦਬੀ ਕੀਤੀ ਸੀ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅਜਿਹੇ ਸਿੱਧਰੇ ਜਿਹੇ ਬੰਦੇ ਨੂੰ ਬੇਅਦਬੀ ਦੇ ਨਾਂ ਉੱਤੇ ਉਸਦਾ ਸੌਦਾ ਲਾਤਾ ਗਿਆ ਸੀ, ਉਸਨੂੰ ਮਾਰਤਾ ਗਿਆ ਸੀ। ਉਹ ਬੰਦਾ ਮੈਂਟਲੀ ਡਿਸੇਬਲਡ ਸੀ, ਚੈਲੰਜ ਸੀ। ਉਸ ਬੰਦੇ ਦੇ ਪਿਛੋਕੜ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ। ਇੱਥੇ ਚਿੰਤਾ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਇੱਕ ਬਨਾਨਾ ਰਿਪਬਲਿਕ ਇਸ ਮੁਲਕ ਨੂੰ ਤੇ ਇੱਥੋਂ ਦੇ ਕਾਨੂੰਨ ਨੂੰ ਬਣਾਤਾ ਹੈ ਤੇ ਆਪਣੇ ਸੂਬੇ ਨੂੰ ਆਪਾਂ ਬਣਾਉਂਦੇ ਜਾ ਰਹੇ, ਤੇ ਉਸ ਦੀ ਪ੍ਰੌੜਤਾ ਕਰਨ ਵਾਲੇ ਜ਼ਿਆਦਾ ਲੋਕ ਕਹਿੰਦੇ ਨੇ ਕਿ ਅੰਨ੍ਹੇਵਾਹ ਉਸ ਕਿਸਮ ਦੀ ਕਾਰਵਾਈ ਨੂੰ ਜਸਟੀਫਾਈ ਕਰਨਾ, ਉਸ ਦੀ ਹਮਾਇਤ ਦੇ ਵਿੱਚ ਖੜਾ ਹੋਣਾ, ਇਹ ਸਭ ਤੋਂ ਜ਼ਿਆਦਾ ਖਤਰਨਾਕ ਟ੍ਰੈਂਡ ਹੈ। ਕ੍ਰਿਟੀਕਲੀ ਆਪਾਂ ਐਗਜ਼ਾਮਿਨ ਨਹੀਂ ਕਰਦੇ। ਘਟਨਾ ਦੇ ਵਿੱਚ ਅੰਤਰ ਹੁੰਦਾ ਹੈ, ਬੇਅਦਬੀ ਦੇ ਵਿੱਚ ਅੰਤਰ ਹੁੰਦਾ ਹੈ, ਬੇਅਦਬੀ ਅਤੇ ਮਰਿਆਦਾ ਦੀ ਉਲੰਘਣਾ ਦੇ ਵਿੱਚ ਅੰਤਰ ਹੁੰਦਾ ਹੈ। ਇਹ ਜਿਹੜੀਆਂ ਬਾਰੀਕ ਫਰਕ ਹੈਗੇ ਨੇ ਤੇ ਉਸੇ ਹਿਸਾਬ ਨਾਲ ਤੁਸੀਂ ਕਿਸੇ ਵੀ ਆਫੈਂਸ ਦਾ, ਕਿਸੇ ਵੀ ਜਿਹੜਾ ਗੁਨਾਹ ਕਿਸੇ ਵੱਲੋਂ ਕੀਤਾ ਗਿਆ ਹੈ ਉਸ ਦੀ ਮਿਲਣ ਵਾਲੀ ਸਜ਼ਾ ਦੀ ਗ੍ਰੈਵਿਟੀ ਨੂੰ ਮੁਕਰਰ ਕਰ ਦਿਓ, ਕਿਉਂਕਿ ਸਿਸਟਮ ਹੋਣਾ ਚਾਹੀਦਾ ਹੈ। ਦੇਖੋ, ਜਦੋਂ ਸਿਸਟਮ ਮਜ਼ਬੂਤ ਹੋਏਗਾ ਤਾਂ ਇੱਕ ਵਿਵਸਥਾ ਮਜ਼ਬੂਤ ਹੋਏਗੀ, ਲੇਕਿਨ ਜਦੋਂ ਸਿਸਟਮ ਮਜ਼ਬੂਤ ਨਹੀਂ ਹੋਏਗਾ ਤਾਂ ਫਿਰ ਜਨਾ ਕਨਾ ਹੀ ਆਪਣੇ ਆਪ ਦੇ ਵਿੱਚ ਸੌਦਾ ਲਾਉਣ ਵਾਲਾ ਵੀ ਹੈ ਤੇ ਜੱਜ ਵੀ ਉਹੀ ਬਣਿਆ ਹੋਇਆ, ਕਿਉਂਕਿ ਸਜ਼ਾ ਤਾਂ ਉਸਨੇ ਤੈਅ ਕਰ ਲਈ। ਜਦੋਂ ਤੁਸੀਂ ਇੱਕ ਸ਼ਖਸ ਨੂੰ ਜਾਨੋਂ ਮਾਰਨ ਦਾ ਹੀ ਫੈਸਲਾ ਲੈ ਲਿਆ, ਇਸ ਚੀਜ਼ ਨੂੰ ਜਾਣੇ ਬਗੈਰ ਕਿ ਉਹ ਸ਼ਖਸ ਕੌਣ ਸੀ, ਉਸ ਦੀ ਮਾਨਸਿਕ ਅਵਸਥਾ ਕੀ ਸੀ, ਉਸ ਦਾ ਬੈਕਗਰਾਉਂਡ ਕੀ ਸੀ, ਇਹ ਬੜੇ ਇੰਪੋਰਟੈਂਟ ਤੇ ਕ੍ਰਿਟੀਕਲ ਫੈਕਟਰ ਨੇ। ਜੇ ਆਪਾਂ ਜਸਟਿਸ ਦੀ, ਇਨਸਾਫ ਦੀ ਗੱਲ ਕਰਨੀ ਹੈ ਤਾਂ ਉਹ ਇਕੱਲਾ ਇਨਸਾਫ ਬੇਅਦਬੀ ਜਾਂ ਕਿਸੇ ਮਰਿਆਦਾ ਦੀ ਉਲੰਘਣਾ ਦੇ ਸੰਦਰਭ ਵਿੱਚ ਨਹੀਂ, ਬਲਕਿ ਜਸਟਿਸ ਦਾ, ਇਨਸਾਫ ਦਾ ਪੈਮਾਨਾ ਇੱਕ ਬੜਾ ਵੱਡਾ ਬ੍ਰੌਡਰ ਕਨਸੈਪਟ ਹੈ, ਜਿਸ ਨੂੰ ਕਿ ਤੁਹਾਨੂੰ ਹਰ ਆਦਮੀ, ਹਰ ਜਿਹੜਾ ਪੱਖ ਤੇ ਹਰ ਧਿਰ ਜਿਹੜੀ ਉਸ ਕੇਸ ਦੇ ਵਿੱਚ ਇਨਵੋਲਵਡ ਹੈ ਉਸ ਦੇ ਨਜ਼ਰੀਏ ਤੋਂ ਵੀ ਸਮਝਣਾ ਪਏਗਾ। ਚਾਹੇ ਇੱਕ ਮਾਨਸਿਕ ਰੂਪ ਤੋਂ ਪਰੇਸ਼ਾਨ ਜਾਂ ਮਾਨਸਿਕ ਤਣਾਅ ਤੋਂ ਗੁਜ਼ਰ ਰਿਹਾ ਸ਼ਖਸ ਹੈ, ਚਾਹੇ ਉਹ ਇੱਕ ਡਰੱਗ ਐਡਿਕਟ ਹੈ, ਚਾਹੇ ਉਹ ਇੱਕ ਨਸ਼ੇੜੀ ਹੈ, ਜਿਸ ਨੂੰ ਤੁਹਾਨੂੰ ਸਹਾਨੁਭੂਤੀ ਦੇ ਨਾਲ, ਤੁਹਾਨੂੰ ਇੱਕ ਕੰਪੈਸ਼ਨ ਦੇ ਨਾਲ ਡੀਲ ਕਰਨਾ ਹੋਏਗਾ। ਸੋ ਇਸ ਤਰੀਕੇ ਦੇ ਕੇਸਾਂ ਦੇ ਵਿੱਚ ਟ੍ਰਿਗਰ ਹੈਪੀ ਜਿਹੜੇ ਆਪਣੇ ਆਪ ਨੂੰ ਇਨਸਾਫ ਦਿਵਾਉਣ ਵਾਲੇ ਲੋਕ ਸਮਝਦੇ ਨੇ, ਬਣਦੇ ਨੇ, ਉਹ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਕਸੂਰ ਕੀਤਾ ਉਹਨਾਂ ਨੂੰ ਤਾਂ ਨੁਕਸਾਨ ਕਰ ਹੀ ਰਹੇ ਨੇ, ਉਹਨਾਂ ਦੀ ਜ਼ਿੰਦਗੀਆਂ ਤਾਂ ਉਹਨਾਂ ਨੇ ਖਤਮ ਕਰ ਹੀ ਦਿੱਤੀਆਂ, ਲੇਕਿਨ ਹੋਰ ਨਾ ਜਾਣੇ ਕਿੰਨੇ ਅਜਿਹੇ ਸ਼ਰਧਾਲੂ ਸੀ ਜੋ ਕਿ ਉਸ ਘਟਨਾ ਦੇ ਵਿੱਚ ਬਾਲ-ਬਾਲ ਬਚ ਗਏ। ਸੋ ਇਸ ਤਰੀਕੇ ਦੀਆਂ ਘਟਨਾਵਾਂ ਤੋਂ ਕਾਫੀ ਸਿੱਖਣ ਦੀ ਵੀ ਲੋੜ ਹੈ ਤੇ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਜਦੋਂ ਘਟਨਾਵਾਂ ਆਉਂਦੀਆਂ ਨੇ ਆਪਾਂ ਉਹਨਾਂ ਨੂੰ ਉਸੇ ਵਕਤ ਫਲੈਗ ਜ਼ਰੂਰ ਕਰਦਾ ਹੈ। ਜਿਹੜੀ ਪੰਜਾਬ ਪੁਲਿਸ ਦੇ ਅਫਸਰਾਂ ਦੀ ਜਿਹੜੀ ਟੋਨ ਸੀ, ਮੈਨੂੰ ਉਸ ਤੋਂ ਥੋੜ੍ਹੀ ਜਿਹੀ ਨਿਰਾਸ਼ਾ ਹੋਈ ਹੈ। ਰੂਲ ਆਫ ਲਾਅ ਐਂਡ ਲਾਅ ਐਂਡ ਆਰਡਰ ਦੀ ਮੇਨਟੇਨੈਂਸ ਸਰਕਾਰ ਦਾ, ਪੁਲਿਸ ਅਫਸਰਾਂ ਦਾ ਕੰਮ ਹੈ। ਜਦੋਂ ਇਸ ਗੱਲਬਾਤ ਨੂੰ ਲੈ ਕੇ ਤਕਰਾਰ ਹੋਈ ਸੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਹੋਣਾ ਦਾ ਇਹ ਕਹਿਣਾ ਕਿ ਸਿੱਖ ਜਿਹੜੇ ਹੈਗੇ ਨੇ ਉਹ ਹਥਿਆਰ ਰੱਖਣ ਤੇ ਫਾਇਰ ਆਰਮਸ ਲਾਇਸੈਂਸਿਸ ਲਈ ਅਪਲਾਈ ਕਰਨ, ਤੇ ਪੰਜਾਬ ਪੁਲਿਸ ਦੇ ਮੁਖੀ ਦਾ ਇਹ ਕਹਿਣਾ, ਗੌਰਵ ਯਾਦਵ ਦਾ ਇਹ ਕਹਿਣਾ ਕਿ ਹਥਿਆਰਾਂ ਦਾ ਰਿਵਿਊ ਕਰੋ, ਇਹਨਾਂ ਨੂੰ ਘਟਾਓ, ਲਾਇਸੈਂਸਿਸ ਨੂੰ, ਬੇਲੋੜੇ ਲਾਇਸੈਂਸਿਸ ਨੂੰ ਕੈਂਸਲ ਕਰੋ। ਦੋਵਾਂ ਦੇ ਵਿੱਚ ਜ਼ਮੀਨ ਤੇ ਅਸਮਾਨ ਦਾ ਅੰਤਰ ਸੀ, ਲੇਕਿਨ ਦੋਵੇਂ ਆਪਣੇ ਆਪਣੇ ਸਟੈਂਡ ਪੁਆਇੰਟ ਉੱਤੋਂ ਠੀਕ ਹੋ ਸਕਦੇ ਨੇ ਤੇ ਇਸ ਚੀਜ਼ ਨੂੰ ਸਮਝਣ ਦੀ ਸਮਰੱਥਾ ਸਾਡੇ ਵਿੱਚ ਹੋਣੀ ਚਾਹੀਦੀ ਹੈ। ਸੋ ਇੱਕ ਪਾਸੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਝ ਕਹਿ ਰਹੇ ਨੇ, ਉਹ ਆਪਣੇ ਧਾਰਮਿਕ ਪੱਖ ਤੋਂ ਕੋਈ ਗੱਲਬਾਤ ਠੀਕ ਕਰ ਰਹੇ ਹੋ ਸਕਦੇ ਨੇ, ਲੇਕਿਨ ਜ਼ਰੂਰੀ ਨਹੀਂ ਕਿ ਲਾਅ ਐਂਡ ਆਰਡਰ ਦੇ ਪੱਖੋਂ ਉਸ ਚੀਜ਼ ਦਾ ਉਹੀ ਅਸਰ ਪੈਣਾ ਹੈ। ਸੋ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਅਦਾ ਕਰਨ ਵਾਲੇ ਜਿਹੜੇ ਅਫਸਰ ਹੈਗੇ ਨੇ, ਉਹਨਾਂ ਨੂੰ ਕਾਨੂੰਨ ਤੇ ਨਿਆਂ ਦੇ ਤਕਾਜ਼ੇ ਨੂੰ
ਧਿਆਨ ਵਿੱਚ ਰੱਖਣਾ ਪੈਣਾ ਹੈ। ਕਿਤੇ ਨਾ ਕਿਤੇ ਉਹ ਵੀ ਇਹਨਾਂ ਭਾਵਨਾਵਾਂ ਜਾਂ ਜਿਹੜੇ ਪਾਪੂਲਿਸਟ ਸੈਂਟੀਮੈਂਟਸ ਹੁੰਦੇ ਨੇ ਉਹਨਾਂ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਆਪਣੀ ਬਿਆਨਬਾਜ਼ੀ ਕਰਨਾ ਚਾਹੁੰਦੇ ਨੇ। ਭਵਿੱਖ ਦੇ ਵਿੱਚ ਅਦਾਲਤਾਂ ਦੇ ਵਿੱਚ ਜਦੋਂ ਵੀ ਇਸ ਤਰੀਕੇ ਦੇ ਕੇਸ ਜਾਣੇ ਨੇ, ਦੇਖੋ ਜੇ ਇਹ ਸ਼ਖਸ ਨਿਰਮਲਜੀਤ ਸਿੰਘ ਸੈਣੀ ਠੀਕ ਹੈ ਜਾਂ ਜੇ ਤੁਸੀਂ ਇਸ ਦੀਆਂ ਭਾਵਨਾਵਾਂ ਤੋਂ ਬਾਅਦ ਇਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਠੀਕ ਮੰਨਦੇ ਹੋ ਤਾਂ ਫਿਰ ਕੋਟਕਪੂਰੇ ਦੇ ਵਿੱਚ ਗੋਲਡੀ ਬਰਾੜ ਵੱਲੋਂ ਜਿਹੜੇ ਗੈਂਗਸਟਰ ਭੇਜ ਕੇ ਪ੍ਰਦੀਪ ਕਟਾਰੀਏ ਦਾ ਕਤਲ ਕਰਵਾਇਆ ਗਿਆ, ਫਿਰ ਤੁਹਾਨੂੰ ਉਹ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਕਾਰਵਾਈ ਨੂੰ ਵੀ ਜਸਟੀਫਾਈ ਕਰਨਾ ਪੈਣਾ ਹੈ। ਦੋਵੇਂ 21 ਤਕਾਜ਼ੇ ਜਾਂ 21 ਤਰਾਜੂ ਦੇ ਵਿੱਚ ਤੋਲੇ ਜਾਣੇ ਨੇ। ਦੋਵਾਂ ਨੂੰ ਕੋਈ ਵੱਖਰੇ ਤਰੀਕੇ ਦੇ ਨਾਲ ਐਨਾਲਾਈਜ਼ ਨਹੀਂ ਕਰੇਗਾ ਕਿਉਂਕਿ ਭਾਵਨਾਵਾਂ ਉਹਨਾਂ ਦੀ ਵੀ ਉਹੀ ਸੀ ਜੋ ਕਿ ਨਿਰਮਲਜੀਤ ਸਿੰਘ ਸੈਣੀ ਦੀ ਸੀ। ਦੋਵੇਂ ਕੇਸਾਂ ਦੇ ਵਿੱਚ ਫਾਇਰ ਆਰਮਸ ਦੀ ਵਰਤੋਂ ਕੀਤੀ ਗਈ। ਫਰਕ ਇਹ ਸੀ ਕਿ ਇੱਥੇ ਇੱਕ ਲਾਇਸੈਂਸ ਹੋਲਡਰ ਨੇ ਕਤਲ ਕੀਤਾ, ਉੱਥੇ ਕੁਝ ਗੈਂਗਸਟਰ ਆਏ ਸਨ ਜਿਨ੍ਹਾਂ ਨੇ ਕਿ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ ਇਹ ਜਿਹੜੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸੋ ਦੋਵੇਂ ਕੇਸਾਂ ਦੇ ਵਿੱਚ ਫਰਕ ਕਿਵੇਂ ਹੋਏਗਾ ਜੇ ਤੁਸੀਂ ਭਾਵਨਾਵਾਂ ਨੂੰ ਹੀ ਜਸਟੀਫਾਈ ਖੁਦ ਕਰਦੇ ਨਜ਼ਰ ਆ ਰਹੇ ਹੋ। ਮੈਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਗੱਲ ਕਰਦਾ ਪਿਆ। ਜਿੱਥੇ ਤੱਕ ਗੱਲ ਰਹੇਗੀ SGPC ਦੇ ਅਧਿਕਾਰੀਆਂ ਦੀ, ਉਹਨਾਂ ਨੂੰ ਇਸ ਚੀਜ਼ ਲਈ ਆਪਣੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨਾ ਵਾਪਰਨ। ਇਹ ਮਹਿਲਾ ਕਿਵੇਂ ਇੱਕ ਸ਼ਰਾਬ ਦਾ ਕੁਆਟਰ ਲੈ ਕੇ ਸਰੋਵਰ ਤੱਕ ਪਹੁੰਚਦੀ ਹੈ, ਆਪਣੇ ਆਪ ਦੇ ਵਿੱਚ ਇਹ ਵੀ ਸਵਾਲ ਹੈ। ਲੇਕਿਨ ਚਲੋ ਪਹੁੰਚ ਵੀ ਸਕਦਾ, ਹਰ ਆਦਮੀ ਦੀ ਤੁਸੀਂ ਫ੍ਰਿਸਕਿੰਗ ਨਹੀਂ ਕਰ ਸਕਦੇ ਹੋ। ਲੇਕਿਨ ਜਦੋਂ ਘਟਨਾ ਵਾਪਰ ਜਾਂਦੀ ਹੈ ਉਸ ਨੂੰ ਡੀਐਸਕੇਲੇਟ ਕਿਵੇਂ ਕਰਨਾ ਹੈ, ਸਥਿਤੀ ਉੱਤੇ ਕਾਬੂ ਕਿਵੇਂ ਪਾਉਣਾ ਹੈ, ਹਾਲਾਤ ਨੂੰ ਧਿਆਨ ਵਿੱਚ ਰੱਖਣਾ ਤੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਤੇ ਸ਼ਰਧਾਲੂਆਂ ਦੀ ਜਿਹੜੀ ਸੁਰੱਖਿਆ ਹੈ ਉਹ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਆਪਣਾ ਕੰਮ ਕਿਵੇਂ ਕਰਨਾ ਹੈ। ਮੁੱਢਲੇ ਤੌਰ ਤੇ SGPC ਦੇ ਕਾਰਕੁਨਾਂ ਵੱਲੋਂ ਜੋ ਕਾਰਵਾਈ ਕੀਤੀ ਗਈ ਉਹ ਠੀਕ ਨਜ਼ਰ ਆ ਰਹੀ ਹੈ ਤੇ ਜੇ ਪੁਲਿਸ ਦੇ ਕਰਮਚਾਰੀਆਂ ਨੂੰ ਹੈਂਡਓਵਰ ਕਰਨ ਤੋਂ ਬਾਅਦ ਵੀ ਨਿਰਮਲਜੀਤ ਸਿੰਘ ਸੈਣੀ ਨੇ ਇਸ ਮਹਿਲਾ ਦਾ ਕਤਲ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਦੇ ਵਿੱਚ ਕੀਤਾ ਤਾਂ ਇਹ ਪੁਲਿਸ ਲਈ ਬਹੁਤ ਸ਼ਰਮ ਦੀ ਗੱਲ ਹੈ ਕਿਉਂਕਿ ਇਸ ਤਰੀਕੇ ਦੀਆਂ ਘਟਨਾਵਾਂ ਤੇ ਵਾਰਦਾਤਾਂ ਆਮ ਹੋ ਚੱਲੀਆਂ ਨੇ ਜਦੋਂ ਸੁਰੱਖਿਆ ਗਾਰਡ ਤੇ ਪੁਲਿਸ ਦੇ ਸਿਕਿਉਰਿਟੀ ਜਿਹੜੇ ਗਨਮੈਨ ਹੈਗੇ ਨੇ ਜਾਂ ਪੁਲਿਸ ਦੇ ਕਰਮਚਾਰੀਆਂ ਦੀ ਮੌਜੂਦਗੀ ਦੇ ਵਿੱਚ ਵੀ ਗੁਨਾਹ ਕਰਨ ਤੋਂ ਲੋਕ ਗੁਰੇਜ਼ ਨਹੀਂ ਕਰ ਰਹੇ ਨੇ। ਯਾਨੀ ਕਿ ਡਰ ਵਰਦੀ ਦਾ ਖਤਮ ਹੋ ਰਿਹਾ ਹੈ। ਠੀਕ ਹੈ, ਤੁਸੀਂ ਪੰਜਾਬ ਭਰ ਦੇ ਵਿੱਚ ਇੱਕ ਬੜੀ ਵੱਡੀ ਦਬਿਸ਼ ਅੰਮ੍ਰਿਤਪਾਲ ਦੇ ਨਾਂ ਉੱਤੇ ਕੀਤੀ ਹੋਵੇ, ਲੇਕਿਨ ਅੱਜ ਤੁਹਾਡੇ ਸਾਹਮਣੇ ਜੋ ਹੋ ਰਿਹਾ ਹੈ ਭਾਵਨਾਵਾਂ ਦੇ ਵਿੱਚ ਆ ਕੇ ਜਾਂ ਫਿਰ ਕਿਸੇ ਵੀ ਕਾਰਨ ਜੇ ਕੋਈ ਸ਼ਖਸ ਇਸ ਤਰੀਕੇ ਦੀ ਵਾਰਦਾਤ ਨੂੰ ਪੁਲਿਸ ਕਰਮਚਾਰੀਆਂ ਮੁਲਾਜ਼ਮਾਂ ਦੇ ਸਾਹਮਣੇ ਅੰਜਾਮ ਦਿੰਦਾ ਤਾਂ ਉਸ ਦੇ ਬਾਰੇ ਪੁਲਿਸ ਆਪਣੀ ਕਲੈਰੀਫਿਕੇਸ਼ਨ ਜ਼ਰੂਰ ਦੇਵੇ ਕਿ ਉਸ ਦੇ ਕਰਮਚਾਰੀ ਕਾਰਵਾਈ ਕਿਉਂ ਨਹੀਂ ਕਰ ਪਾਏ। ਇਸ ਤਰੀਕੇ ਦੀ ਕਿਸੇ ਵੀ ਵਾਰਦਾਤ ਜਾਂ ਵਾਰਦਾਤਾਂ ਨੂੰ ਨਾ ਤਾਂ ਵੈਲੀਡੇਟ ਕੀਤਾ ਜਾ ਸਕਦਾ ਹੈ ਤੇ ਨਾ ਹੀ ਜਸਟੀਫਾਈ ਕੀਤਾ ਜਾ ਸਕਦਾ ਹੈ। ਸੋ ਜਿਹੜੇ ਲੋਕ ਵੀ ਇਸ ਭਾਵਨਾਵਾਂ ਦਾ ਇੱਕ ਬਹੁਤ ਵੱਡਾ ਫਸਾੜ ਬਣਾ ਕੇ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਜਸਟੀਫਾਈ ਕਰਦੇ ਨੇ, ਉਹਨਾਂ ਨੂੰ ਇਸ ਆਪਣੀ ਪ੍ਰਵਿਰਤੀ ਤੋਂ ਬਚਣ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਦੇਖ ਕੇ, ਉਹਨਾਂ ਨੂੰ ਸਮਝ ਕੇ, ਉਹਨਾਂ ਤੋਂ ਹੱਲਾਸ਼ੇਰੀ ਲੈ ਕੇ ਬਹੁਤ ਸੇ ਲੋਕ ਭਵਿੱਖ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਸਾਡੀ ਇਸ ਨਿਆਂ ਪਸੰਦ ਜਾਂ ਕਾਨੂੰਨ ਪਸੰਦ ਪ੍ਰਣਾਲੀ ਲਈ ਠੀਕ ਨਹੀਂ ਹੈ। ਉਹ ਇੱਕ ਵੱਖਰੀ ਗੱਲ ਹੈ ਕਿ ਤੁਸੀਂ ਮਰਿਆਦਾ ਦੇ ਉਲੰਘਣ ਜਾਂ ਫਿਰ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਹੋਰ ਕੋਡ ਨੂੰ ਸਟ੍ਰਿਕਟ ਕਰੋ, ਹੋਰ ਕਾਨੂੰਨਾਂ ਨੂੰ ਸਖਤ ਕਰੋ ਤੇ ਇਸ ਬਾਰੇ ਆਪਣੇ ਸਿਸਟਮ ਨੂੰ ਦਰੁਸਤ ਕਰੋ ਤਾਂ ਕਿ ਲੋਕਾਂ ਨੂੰ ਸੜਕਾਂ ਦੇ ਉੱਤੇ ਹਥਿਆਰਾਂ ਨੂੰ ਆਪਣੇ ਹੱਥ ਵਿੱਚ ਲੈ ਕੇ ਇਨਸਾਫ ਲੈਣ ਦੀ ਗੱਲ ਨਾ ਕਰਨੀ ਪਵੇ। ਸਾਡੇ ਅਦਾਰੇ, ਸਾਡੀ ਜਥੇਬੰਦੀਆਂ, ਸਾਡੇ ਸੰਸਥਾਨ ਹੀ ਉਹਨਾਂ ਕੇਸਿਸ ਨੂੰ ਐਡਰੈਸ ਕਰਨ ਦੇ ਵਿੱਚ, ਤਸੱਲੀ ਬਖਸ਼ ਤਰੀਕੇ ਦੇ ਨਾਲ ਇਨਸਾਫ ਦਿਵਾਉਣ ਦੇ ਵਿੱਚ ਕਾਰਗਰ ਸਾਬਤ ਹੋਣ। ਅੱਜ ਦੀ ਵੀਡੀਓ ਦੇ ਵਿੱਚ ਇਸੇ ਨੋਟ ਦੇ ਉੱਤੇ ਮੈਂ ਗੱਲਬਾਤ ਨੂੰ ਖਤਮ ਕਰਾਂਗਾ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਸੁਣਨ ਲਈ। ਥੈਂਕ ਯੂ ਸੋ ਮਚ। ਇੱਕ ਹੋਰ ਰਿਪੋਰਟ ਲੈ ਕੇ ਛੇਤੀ ਫਿਰ ਹੋਏਗੀ ਮੁਲਾਕਾਤ।